ਦੇਖਣ ਤੇ ਸੁਣਾ ਭਰਾ ਨੂੰ ਅਸਲਾਮ ਵਾਲੇਕੁਮ। ਸਾਡੇ ਚੈਨਲ ਦਾ ਨਾਮ ਹੈ ਸਾਲੇਪੁਰ ਗੋਟ ਫਾਰਮ। ਉਮੀਦ ਕਰਦਾ ਸਾਰੇ ਭਾਈ ਠੀਕ ਹੋਣਗੇ। ਅੱਛਾ ਦੋਸਤੋ, ਬਹੁਤ ਸਾਰੇ ਭਰਾ ਜਿਹੜੇ ਗਲਤੀ ਕਰਦੇ ਆ, ਜਿਹਨਾਂ ਕੋਲ 5-7 ਲੱਖ ਰੁਪਈਆ ਹੁੰਦਾ ਨਾ, ਤੇ ਉਹ ਫਾਰਮਿੰਗ ਸ਼ੁਰੂ ਕਰ ਲੈਂਦੇ ਆ ਬੱਕਰਿਆਂ ਤੋਂ। ਜਿਹੜੀ ਗੋਟ ਫਾਰਮਿੰਗ ਆ ਨਾ ਸ਼ੁਰੂ ਕਰਦੇ, ਉਹ ਬੱਕਰਿਆਂ ਸ਼ੁਰੂ ਕਰ ਲੈਂਦੇ ਆ ਵੀ ਅਸੀਂ ਬੱਕਰੇ ਪਾ ਲੈਂਦੇ ਆ ਤੇ ਕੁਰਬਾਨੀ 'ਤੇ ਵੇਚ ਦਾਂਗੇ। ਤੇ ਉਹਨਾਂ ਨੂੰ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ, ਫਿਰ ਜਿਹਦੀ ਵਜ੍ਹਾ ਤੋਂ ਉਹ ਦਿਲ ਛੱਡ ਜਾਂਦੇ ਆ ਤੇ ਆਪਣਾ ਉਹ ਕੰਮ ਕੁਮ ਬੰਦ ਕਰਕੇ ਸਕੂਨ ਨਾਲ ਬਹਿ ਜਾਂਦੇ ਆ। ਫਿਰ ਉਹ ਇਹ ਗੱਲ ਕਰਦੇ ਹੁੰਦੇ ਆ ਵੀ ਇਹਦੇ ਵਿੱਚ ਨਫਾ ਕੋਈ ਨਹੀਂ ਹੈਗਾ, ਪ੍ਰੋਫਿਟ ਕੋਈ ਨਹੀਂ, ਨੁਕਸਾਨ ਆ। ਫਿਰ ਕੋਈ ਬੰਦਾ ਜਦੋਂ ਵੀਡੀਓ ਵੇਖਦਾ, ਵੀਡੀਓ ਥੱਲੇ ਕਮੈਂਟ ਕਰ ਦਿੰਦੇ ਆ ਭਾਈ ਇਹਦੇ ਵਿੱਚ ਕੋਈ ਫਾਇਦਾ ਨਹੀਂ ਹੈਗਾ। ਹਾਲਾਂਕਿ ਕਿਤੇ ਨਾ ਕਿਤੇ ਉਹਨਾਂ ਦੀ ਕੋਈ ਗਲਤੀ ਹੁੰਦੀ ਹੈ ਜਿਹਦੀ ਵਜ੍ਹਾ ਤੋਂ ਨਾਕਾਮ ਹੁੰਦੇ ਆ। ਹੁਣ ਗੱਲ ਮੇਰੀ ਵੀਰਾਂ ਨੇ ਗੌਰ ਨਾਲ ਸੁਣਨੀ ਆ। ਅਗਰ ਕਿਸੇ ਭਰਾ ਨੇ ਗੋਟ ਫਾਰਮਿੰਗ ਸ਼ੁਰੂ ਕਰਨੀ ਆ, ਅਗਰ ਕਿਸੇ ਕੋਲ 5-7 ਲੱਖ ਰੁਪਈਆ ਹੈਗਾ, ਜਾਂ ਲੱਖ ਵਾ, 2 ਵਾ, 3 ਵਾ, ਜਿੰਨੇ ਵੀ ਆ, ਅਗਰ ਕਿਸੇ ਭਰਾ ਨੇ ਕੰਮ ਸ਼ੁਰੂ ਕਰਨਾ ਤਾਂ ਮਿਹਰਬਾਨੀ ਆ ਬੱਕਰੇ ਨਾ ਪਾਵੇ ਸ਼ੁਰੂ ਤੇ। ਜਦੋਂ ਸ਼ੁਰੂਆਤ ਕਰੇ ਨਾ ਤਾਂ ਬੱਕਰੇ ਨਾ ਪਾਵੇ। ਹੁਣ ਤੁਹਾਡੇ ਜ਼ਿਹਨ 'ਚ ਸਵਾਲ ਆਏਗਾ ਫਿਰ ਅਸੀਂ ਕਿੱਥੋਂ ਸਟਾਰਟ ਕਰੀਏ। ਦੇਖੋ, ਅਗਰ ਤੁਸੀਂ ਕਰਨੀ ਹੈ ਇਨਵੈਸਟਮੈਂਟ, ਆਪਣੇ ਕੰਮ ਨੂੰ ਅਗਰ ਤੁਸੀਂ ਵਧਾਉਣਾ ਵਾ, ਠੀਕ ਹੈ ਨਾ, ਅਗਰ ਤੁਸੀਂ ਆਪਣੇ ਕੰਮ ਨੂੰ ਵਧਾਉਣਾ ਵਾ, ਫਿਰ ਤਾਂ ਤੁਸੀਂ ਆਪਣੀਆਂ ਲਵੋ ਬੱਕਰੀਆਂ ਜਿਹੜੀਆਂ ਗੱਭਣ ਹੋਣ, ਤਾਂ ਕਿ ਜੋ ਤੁਹਾਡੇ ਘਰ ਆਉਣ, ਕੋਈ 1-2 ਮਹੀਨੇ ਬਾਅਦ ਤੁਹਾਨੂੰ ਬੱਚੇ ਦੇਣ। ਥੋੜ੍ਹਾ ਦਿਲ ਬੱਚੇ ਨਾਲ ਲੱਗਿਆ ਰਹਿਣਾ, ਤੁਹਾਨੂੰ ਪਤਾ ਨਹੀਂ ਲੱਗਣਾ ਕਿਹੜੇ ਟਾਈਮ ਬੱਚੇ ਜਿਹੜੇ ਵੱਡੇ ਹੋ ਜਾਣੇ ਆ, ਮਗਰੋਂ ਨੇ ਫੇਰ ਕ੍ਰਾਸ ਹੋ ਜਾਣਾ ਵਾ, ਠੀਕ ਹੈ ਨਾ। ਅਤੇ ਇਹਦੇ ਵਿੱਚ ਭਰਾ ਕੀ ਗਲਤੀ ਕਰਦੇ ਆ, ਕਈ ਭਰਾ ਪੱਠਾਂ ਪਾ ਲੈਂਦੇ ਆ, ਠੀਕ ਹੁੰਦੇ ਨਾ, ਪੱਠਾਂ ਵੀ ਕਿਹੜੀਆਂ ਪਾ ਲੈਂਦੇ ਆ, 5-5, 6-6 ਮਹੀਨੇ ਵਾਲੀਆਂ ਲੈ ਲੈਂਦੇ ਆ, 7 ਮਹੀਨੇ ਵਾਲੀਆਂ। ਉਹ ਗਲਤੀ ਵੀ ਨਹੀਂ ਤੁਸੀਂ ਕਰਨੀ ਹੈਗੀ। 5-6 ਮਹੀਨੇ ਵਾਲੀ ਤੁਸੀਂ ਪੱਠ ਪਾਓਗੇ ਨਾ, 6 ਮਹੀਨੇ ਲੱਗੇ ਤੁਸੀਂ ਪੱਠ ਪਾ ਲਓਗੇ, ਤਕਰੀਬਨ ਉਹਨੇ 2 ਦੰਦ 'ਤੇ ਜਾ ਕੇ ਕ੍ਰਾਸ ਹੋਣਾ। ਤਕਰੀਬਨ ਜਿਹੜੀ ਉਹਦੀ ਅੱਛੀ ਉਮਰ ਹੈ ਨਾ, ਤਕਰੀਬਨ 1 ਸਾਲ 12 ਮਹੀਨੇ ਦੀ ਉਮਰ ਵਿੱਚ ਜਾ ਕੇ ਉਹਨੇ ਪਹਿਲੀ ਦਫਾ ਕ੍ਰਾਸ ਹੋਣਾ ਵਾ। ਫਿਰ ਅੱਗੇ ਉਹ 5 ਮਹੀਨੇ ਜਿਹੜਾ ਉਹਦਾ ਡਿਲੀਵਰੀ ਟਾਈਮ ਹੈ ਨਾ, ਜਿਹੜਾ ਉਹ 5 ਮਹੀਨੇ ਅੱਗੇ, ਤਕਰੀਬਨ ਸਾਲ ਤੁਹਾਡਾ ਜਾਂਦਾ ਲੱਗਣਾ। ਪੱਠਾਂ ਜਦੋਂ ਅਸੀਂ ਪਾ ਲੈਂਦੇ ਹਾਂ ਤੁਹਾਡਾ ਸਾਲ ਜਾਂਦਾ ਲੱਗਦਾ। ਇਹ ਗਲਤੀ ਵੀ ਤੁਸੀਂ ਨਹੀਂ ਕਰਨੀ, ਠੀਕ ਹੋ ਗਿਆ ਨਾ। ਅਤੇ ਉਸ ਤੋਂ ਬਾਅਦ ਕਈ ਭਰਾ ਕਰਦੇ ਆ ਬੱਚਿਆਂ ਵਾਲੀਆਂ ਬੱਕਰੀਆਂ ਲੈ ਲੈਂਦੇ ਆ, ਮੁਕਰ ਨਾਲ ਬਰੀਡਰ ਕੋਈ ਨਹੀਂ ਛੱਡਦੇ, ਠੀਕ ਹੈ। ਬੱਕਰੀਆਂ ਜਿਹੜੀ 5-6 ਮਹੀਨਿਆਂ ਬਾਅਦ ਜਾਂ 7 ਮਹੀਨਿਆਂ ਬਾਅਦ ਜਾਂ ਸਾਲ ਬਾਅਦ ਜਾ ਕੇ ਕ੍ਰਾਸ ਹੁੰਦੀ ਆ, ਜਦੋਂ ਨਾਲ ਬਰੀਡਰ ਨਾ ਹੋਵੇ। ਹੁਣ ਸਾਡੇ ਕੋਲ ਬਰੀਡਰ ਕੋਈ ਨਹੀਂ ਸੀ ਹੈਗਾ, ਲੇਕਿਨ ਬੱਕਰੀਆਂ ਅਸੀਂ ਲਈਆਂ ਸੀ ਗੱਭਣ। ਉਹ ਸਾਡੇ ਕੋਲ ਆ ਕੇ ਇੱਥੇ ਸੂਈਆਂ ਮਾਸ਼ਾਅੱਲਾ, ਠੀਕ ਆ। ਹੁਣ ਸਾਰੇ 9-9, 10-10 ਮਹੀਨੇ ਦੇ ਬੱਚੇ ਇਹਨਾਂ ਦੇ, ਨਾਲ ਬਰੀਡਰ ਨਹੀਂ ਸੀ ਹੈਗਾ। ਅਤੇ ਕਮ ਅਜ਼ ਕਮ ਵੱਡੀ ਬੱਕਰੀ ਸਾਡੀ ਜਾ ਕੇ ਤਕਰੀਬਨ 7 ਤੋਂ 8 ਮਹੀਨੇ ਬਾਅਦ ਕ੍ਰਾਸ ਹੋਈ ਆ। ਛੋਟੀ ਬੱਕਰੀ ਸਾਡੀ ਤਕਰੀਬਨ 5 ਤੋਂ 6 ਮਹੀਨੇ ਬਾਅਦ ਕ੍ਰਾਸ ਹੋਈ ਸੀ। ਉਹ ਵੀ ਕਿਸ ਵਜ੍ਹਾ ਤੋਂ ਕਿ ਜਿਹੜੇ ਆਹ ਬੱਚੇ ਸੀ ਨਾ ਛੋਟੇ ਹਰਕਤਾਂ ਕਰਦੇ ਸੀ, ਜਿਹਦੀ ਵਜ੍ਹਾ ਤੋਂ ਫਿਰ ਇਹ ਹੀਟ 'ਤੇ ਆਈਆਂ। ਹੁਣ ਮੇਰੀ ਤੁਹਾਨੂੰ ਗੱਲ ਦੱਸ ਦਿੰਦਾ ਵਾ, ਸਾਡੇ ਸਾਹਮਣੇ ਤੁਹਾਨੂੰ ਬੱਕਰੀ, ਮੈਂ ਤੁਹਾਨੂੰ ਬੱਕਰੀ ਵੀ ਦਿਖਾ ਦਿੰਦਾ। ਅਗਰ ਬੱਕਰੀ ਬਾਹਰ ਉੱਥੇ ਹੋਈ ਨਾ, ਮੈਂ ਤੁਹਾਨੂੰ ਬੱਕਰੀ ਦਿਖਾਉਂਦਾ, ਜ਼ਰਾ ਰੁਕਿਓ, ਅਤੇ ਮੈਂ ਤੁਹਾਨੂੰ ਇਹ ਵੀ ਦੱਸਦਾ ਵਾਂ ਉਹ ਕਿੰਨੀ ਦੇਰ ਬਾਅਦ ਕ੍ਰਾਸ ਹੋਈ ਜਾ ਕੇ। ਬਸ 1 ਮਿੰਟ ਰੁਕਿਓ ਜ਼ਰਾ। ਇਹ ਸਾਹਮਣੇ ਬੱਕਰੀ ਤੁਹਾਨੂੰ ਨਜ਼ਰ ਆ ਰਹੀ ਲਾਲ, ਠੀਕ ਹੈ ਨਾ। ਇਹ ਬੱਕਰੀ ਹੈਗੀ ਨਾਗਰੀ। ਇਹ ਤਕਰੀਬਨ ਇਹਦਾ ਦੂਸਰਾ ਸੂਆ ਜੇ ਬੱਕਰੀ ਦਾ। ਜੇ ਸਾਨੂੰ ਸਾਹਮਣੇ ਹਵੇਲੀ ਦਿਖਾਈ ਬੱਕਰੀ, ਉਹ ਹੈਗੀ ਜੀ ਮੇਰੇ ਚਾਚੂ ਦੀ। ਉਹ ਬੱਕਰੀ ਆ ਮੇਰੇ ਚਾਚੂ ਦੀ, ਨਾਗਰੀ ਬੱਕਰੀ ਆ, ਦੂਸਰਾ ਸੂਆ ਸੂਈ ਆ। ਅਤੇ ਦੂਸਰਾ ਸੂਆ ਜਿਹੜੀ ਸੂਈ ਆ ਤਕਰੀਬਨ 2 ਸਾਲ ਬਾਅਦ ਉਹ ਸੂਈ ਆ। ਹੁਣ ਕਮ ਅਜ਼ ਕਮ 2 ਸਾਲ ਬਾਅਦ ਸੂਈ ਆ। ਪਹਿਲੇ ਸੂਏ ਨੂੰ ਦਿੱਤਾ ਸੀ ਲੀਲਾ, ਉਹ ਤਕਰੀਬਨ ਕੋਈ 10 ਤੋਂ 15 ਦਿਨਾਂ ਦੇ ਵਿੱਚ ਜਿਹੜਾ ਐਕਸਪਾਇਰ ਹੋ ਗਿਆ ਸੀ। ਉਹਦੇ ਆਕੜ ਗਿਆ ਸੀ ਜਿਸਮ ਸਾਰਾ ਨਾ, ਪਿਆ ਰਹਿੰਦਾ ਸੀਗਾ ਬਸ। ਅਤੇ ਉਸ ਮਸਲੇ 'ਤੇ ਵੀ ਵੀਡੀਓ ਬਣਾਵਾਂਗੇ ਕਿ ਉਹ ਕਿਉਂ ਮਸਲਾ ਹੁੰਦਾ ਵਾ ਜਾਨਵਰਾਂ ਨੂੰ, ਬੱਚਿਆਂ ਨੂੰ, ਖਾਸ ਕਰ ਛੋਟੇ ਬੱਚਿਆਂ ਨੂੰ ਹੁੰਦਾ ਵਾ। ਜਿਹੜੇ ਗੋਡਿਆਂ ਦੇ ਜੋੜ ਵਾ ਨਾ ਸੁੱਜ ਜਾਂਦੇ ਆ, ਗੋਡੇ ਸੁੱਜ ਜਾਂਦੇ ਆ ਬੱਕਰੇ ਦੇ, ਅਤੇ ਫਿਰ ਉਹਦਾ ਜਿਸਮ ਆਕੜ ਜਾਂਦਾ ਵਾ, ਫਿਰ ਪਿਆ ਰਹਿੰਦਾ ਵਾ, ਫਿਰ ਕੁਛ ਦਿਨ ਬਾਅਦ ਉਹ ਐਕਸਪਾਇਰ ਹੋ ਜਾਂਦਾ। ਉਹ ਵੀ ਤੁਹਾਨੂੰ ਦੱਸਾਂਗੇ ਕਿਸ ਵਜ੍ਹਾ ਤੋਂ ਜਿਹੜਾ ਹੁੰਦਾ ਵਾ। ਹੁਣ ਉਹ ਬੱਕਰੀ ਪਹਿਲਾਂ ਤਕਰੀਬਨ ਸੂਈ ਆ, ਠੀਕ ਹੈ ਨਾ, ਅਤੇ ਉਹਨੇ ਦਿੱਤਾ ਲੇਲਾ। ਅਤੇ ਲੇਲਾ ਦੇਣ ਤੋਂ ਬਾਅਦ ਉਹਦੇ ਨਾਲ ਫਿਰ ਜਦੋਂ ਲੇਲਾ ਜਿਹੜਾ ਐਕਸਪਾਇਰ ਹੋ ਗਿਆ ਸੀਗਾ, ਫਿਰ ਨਾਲ ਉਹਦੇ ਲੇਲੇ ਛੱਡੇ ਸੀ 2 ਲੈ ਕੇ ਨਾ, ਇੱਕ ਲੇਲੀ ਅਤੇ ਇੱਕ ਲੇਲਾ। ਉਹ ਪੱਠ ਵੀ ਨਾਲ ਖੜੀ ਹੈ ਜਿਹੜੀ ਛੱਡੀ ਸੀ ਲੈ ਕੇ। ਉਹ ਤਕਰੀਬਨ ਸੀਗੇ ਕੋਈ ਮਹੀਨੇ ਦੇ ਸੀਗੇ।
ਤੇ 22,000 ਰੁਪਏ ਦਾ ਫੀ ਮਿਲਿਆ ਸੀਗਾ ਉਦੋਂ। ਤਕਰੀਬਨ ਕੋਈ ਮਹੀਨੇ ਦੇ ਦੁੱਧ ਚੋਂਗੇ ਸੀ, ਫੀਟਰ ਨਾਲ ਦੁੱਧ ਪਿਲਾਉਂਦੇ ਸੀ ਲੱਤਾਂ ਫੜ ਕੇ ਨਾ, ਉਹਦਾ ਫੀਟਰ ਨੇ ਕਹਿਤਾ ਲੱਤਾਂ ਫੜ ਕੇ ਬੱਕਰੀ ਦੀਆਂ। ਫਿਰ 2 ਨਾਲ ਲੈ ਕੇ ਉਹ ਛੱਡੇ ਸੀਗੇ, ਜਿਹਦੇ ਵਿੱਚ ਅਸੀਂ ਬੱਕਰਾ ਜਿਹੜਾ ਕੁਰਬਾਨੀ ਕਰ ਲਿਆ। ਉਹ ਪੱਠ ਖੜੀ ਆ, ਕੁਰਬਾਨੀ ਈਦ ਨੰਗੀ ਨੂੰ ਤੁਸੀਂ ਲਾ ਲਓ ਕਿੰਨੀ ਦੇਰ ਹੋ ਗਈ, ਹੁਣ ਦੁਬਾਰਾ ਆਉਣ ਵਾਲੀ ਆ। ਅਤੇ ਹੁਣ ਉਹ ਜਾ ਕੇ ਫਿਰ ਸੂਈ ਆ ਦੁਬਾਰਾ, ਤਕਰੀਬਨ 2 ਸਾਲ ਦਾ ਜਿਹੜਾ ਸਮਾਂ ਲੈ ਗਈ ਆ ਸੂਣ ਤੱਕ। ਕਿਉਂ? ਉਹਦੀ ਵਜ੍ਹਾ ਨਾਲ ਬਰੀਡਰ ਕੋਈ ਨਹੀਂ ਸੀਗਾ। ਅਗਰ ਬਰੀਡਰ ਹੁੰਦਾ, ਹੁਣ ਮਹਿੰਗੀ ਬੱਕਰੀ ਦਾ ਹੀ ਨੁਕਸਾਨ ਆ, ਅਗਰ ਸੂਏਗੀ ਸਾਲ 1.5 ਸਾਲ ਬਾਅਦ ਸੂਏਗੀ। ਹੁਣ ਜਿਹੜੀ ਦੋਗਲੀ ਬੱਕਰੀ ਆਮ ਬੱਕਰੀ ਆ ਉਹ ਸਾਲ ਵਿੱਚ 2 ਦਫਾ ਸੂਈ ਜਾਂਦੀ ਆ। ਅਤੇ ਯਾਦ ਰੱਖਣਾ ਬੱਕਰੀ ਦਾ ਸਾਲ ਜਿਹੜਾ ਅਸੀਂ ਗਿਣਦੇ ਹਾਂ 15 ਤੋਂ 16 ਮਹੀਨੇ ਦਾ ਹੁੰਦਾ, ਜਿਹਦੇ ਵਿੱਚ 10 ਮਹੀਨੇ ਉਹਦਾ ਡਿਲੀਵਰੀ ਟਾਈਮ ਹੁੰਦਾ ਵਾ ਪ੍ਰੈਗਨੈਂਸੀ ਦਾ, ਠੀਕ ਹੈ ਨਾ। 5 ਮਹੀਨੇ ਬਾਅਦ 10 ਮਹੀਨੇ ਹੋ ਗਏ, ਕੋਈ 2.5 3 ਮਹੀਨੇ ਉੱਪਰ ਲਾ ਲਓ ਸੂਣ ਤੋਂ, ਤਕਰੀਬਨ ਕੋਈ 2.5 ਮਹੀਨੇ ਬਾਅਦ ਹੋ ਜਾਂਦੀ ਆ, ਕੋਈ 3 ਮਹੀਨੇ ਬਾਅਦ ਕ੍ਰਾਸ ਹੋ ਜਾਂਦੀ ਆ। ਖੈਰ ਵੀਰੋ ਗੱਲ ਹੋਰ ਪਾਸੇ ਚੱਲ ਗਈ। ਆਪਾਂ ਗੱਲ ਕਰਨੇ ਸੀਗੇ ਕੰਮ ਅਸੀਂ ਕਿੱਥੋਂ ਸ਼ੁਰੂ ਕਰੀਏ ਵੀ ਸਾਨੂੰ ਜਿਹੜਾ ਪ੍ਰੋਫਿਟ ਰਵੇ, ਸਾਨੂੰ ਗੱਲ ਦੀ ਸਮਝ ਵੀ ਲੱਗੇ। ਦੇਖੋ ਵੀਰ, ਅਗਰ ਤੁਸੀਂ ਕੰਮ ਸ਼ੁਰੂ ਕਰਨਾ ਹੀ ਹੈ ਨਾ ਫਾਰਮਿੰਗ ਦਾ, ਸਭ ਤੋਂ ਪਹਿਲਾਂ ਤੁਸੀਂ ਆਪਣਾ ਇਲਾਕਾ ਵਿਜ਼ਿਟ ਕਰੋ, ਤੁਹਾਡੇ ਇਲਾਕੇ ਵਿੱਚ ਕਿਹੜੀ ਬਰੀਡ ਆ, ਠੀਕ ਆ। ਵੀ ਜਿਹੜੀ ਤੁਹਾਡੀ ਲੋਕਲ ਬਰੀਡ ਆ ਨਾ, ਜਿਹੜੀ ਹੁਣ ਜਿਵੇਂ ਸਾਡੇ ਇਲਾਕੇ ਦੀ ਦੋਗਲੀ ਵੀ ਆ, ਬੀਤਲ ਵੀ ਆ, ਨਾਗਰੀ ਵੀ ਆ, ਦੇਸੀ ਵੀ ਆ। ਅਤੇ ਹੁਣ ਸਾਡੀ ਜਿਹੜੀ ਲੋਕਲ ਬਰੀਡ ਸਾਡੀ ਉਹ ਦੋਗਲੀ ਬੱਕਰੀ ਆ, ਅਤੇ ਦੋਗਲੀ ਬੱਕਰੀ ਅਸੀਂ ਲੈ ਲਈ, ਠੀਕ ਆ। ਹੁਣ ਇਸ ਤੋਂ ਬਾਅਦ ਤੁਸੀਂ ਜਿਹੜੀਆਂ ਅਗਰ ਤੁਸੀਂ ਕੰਮ ਕਰਨਾ ਵਾ ਪ੍ਰੋਫਿਟ ਵਾਸਤੇ ਵੀ, ਤੁਸੀਂ ਇਨਵੈਸਟਮੈਂਟ ਨਹੀਂ ਕਰਨੀ, ਹਾਲੇ ਤੁਸੀਂ ਆਪਣੇ ਕੰਮ ਨੂੰ ਨਹੀਂ ਵਧਾਉਣਾ, ਹੌਲੀ ਵਧਾਉਣਾ ਵਾ, ਠੀਕ ਹੈ ਨਾ। ਫਿਰ ਤੁਸੀਂ ਇਹ ਕਰਨਾ ਵਾ, ਜਾਂ ਤੁਸੀਂ ਪੱਕੀਆਂ ਖੀਰੀਆਂ ਪੱਠਾਂ ਲੈਣੀਆਂ ਜਿਹੜੀਆਂ ਦੋਂਦੀਆਂ ਹੋਣ ਦੇ ਕਰੀਬ ਹੋਣ, ਜਾਂ ਦੋਂਦੀਆਂ ਹੋ ਗਈਆਂ ਹੁਣ ਤੁਸੀਂ ਉਹ ਲੈਣੀਆਂ, ਉਹ ਲੈ ਲਈਆਂ। ਕਮ ਅਜ਼ ਕਮ ਤੁਸੀਂ ਉਹਨੂੰ 3 ਮਹੀਨੇ ਆਪਣੇ ਕੋਲ ਰੱਖਣਾ ਪੱਠਾਂ ਨੂੰ, ਠੀਕ ਹੋ ਗਿਆ। ਦੋਂਦੀਆਂ ਹੁਣ ਬੱਕਰੀਆਂ ਨਾ, ਜਦੋਂ ਪੱਠਾਂ ਜਿਹੜੀਆਂ ਤੁਹਾਡੀਆਂ ਦੋਂਦੀਆਂ ਹੋ ਜਾਣ, ਤੁਸੀਂ ਜਦੋਂ ਹੀਟ 'ਤੇ ਉਹਨਾਂ ਨੂੰ ਕ੍ਰਾਸ ਕਰਾ ਦਿਓ। ਕ੍ਰਾਸ ਹੋਣ ਤੋਂ ਬਾਅਦ ਪੱਠਾਂ ਤੁਹਾਡੇ ਕੋਲ ਕਮ ਅਜ਼ ਕਮ 3 ਮਹੀਨੇ ਰਹਿਣ, ਵੀ ਜਦੋਂ ਤੁਹਾਨੂੰ ਪੱਠਾਂ ਦਾ ਕਨਫਰਮ ਹੋ ਜਾਵੇ ਨਾ ਵੀ ਹਾਂ ਇਹ ਗੱਭਣ ਆ, ਫਿਰ ਉਦੋਂ ਤੁਸੀਂ ਉਹਨੂੰ ਸੇਲ ਕਰ ਦਿਓ। ਯਾਦ ਰੱਖਣਾ 2-2.5 ਮਹੀਨੇ ਦੀ ਜਿਹੜੀ ਗੱਭਣ ਬੱਕਰੀ ਹੁੰਦੀ ਆ ਨਾ, ਉਹ ਖਾਲੀ ਹੀ ਮੰਨੀ ਜਾਂਦੀ ਆ, ਉਹਦਾ ਖਾਲੀ ਦਾ ਹੀ ਸੌਦਾ ਹੁੰਦਾ। ਇਸ ਕਰਕੇ ਜਾਂ ਤੁਸੀਂ 3 ਮਹੀਨੇ ਕਰ ਲਓ, ਜਾਂ ਤੁਸੀਂ 3.5 ਤੋਂ 4 ਮਹੀਨੇ ਕਰ ਲਓ, ਤੁਸੀਂ ਆਪਣੇ ਕੋਲ ਉਹਨਾਂ ਨੂੰ ਰੱਖਣਾ, ਠੀਕ ਹੋ ਗਿਆ। ਉਸ ਤੋਂ ਬਾਅਦ ਵੀ ਤੁਸੀਂ ਮੰਡੀ ਲੈ ਜਾਣਾ ਆਪਣੇ, ਤੁਸੀਂ ਇਲਾਕੇ 'ਚ ਅਗਰ ਤੁਹਾਨੂੰ ਮੰਡੀ ਦਾ ਨਹੀਂ ਪਤਾ ਵੀ ਮੰਡੀ ਵਿੱਚ ਕੀ ਸਿਸਟਮ ਹੁੰਦਾ, ਤੁਸੀਂ ਆਪਣੇ ਕਿਸੇ ਇਲਾਕੇ ਦੇ ਬੰਦੇ ਨੂੰ ਲੈ ਕੇ ਜਾਓ ਨਾਲ, ਜਿਹੜਾ ਐਕਸਪਰਟ ਹੋਵੇ, ਉਹਨੂੰ ਕੋਈ 1000-1500 ਦੇ ਦਿਓ, ਠੀਕ ਆ। ਅਤੇ ਉਹਨੂੰ ਤੁਸੀਂ ਆਪਣੇ ਨਾਲ ਲੈ ਕੇ ਜਾਓ, ਅਤੇ ਤਾਂ ਕਿ ਉਹਨੂੰ ਮੰਡੀ ਦੀ ਪੂਰੀ ਸਮਝ ਵੀ ਹੁੰਦੀ ਆ, ਤੁਹਾਡੇ ਜਾਣ ਦੇ ਅੱਛੇ ਜਿਹੜੇ ਸੇਲ ਕਰਵਾ ਦੇਗਾ। ਅਗਰ ਤੁਹਾਨੂੰ ਨਹੀਂ ਪਤਾ ਤਾਂ ਤੁਸੀਂ ਆਪਣੇ ਇਲਾਕੇ ਦੇ ਵਿੱਚ ਹੀ ਰਾਬਤਾ ਕਰੋ ਦੋਸਤਾਂ ਨਾਲ, ਦੋਸਤਾਂ ਨੂੰ ਦੱਸੋ ਭਾਈ ਅਗਰ ਕਿਸੇ ਨੂੰ ਬੱਕਰੀ ਚਾਹੀਦੀ ਹੋਵੇ ਤਾਂ ਸਾਡੇ ਕੋਲ ਗੱਭਣ ਬੱਕਰੀਆਂ ਖੜੀਆਂ ਵਾ, ਅਗਰ ਕਿਸੇ ਨੇ ਲੈਣੀ ਹੋਵੇ। ਨਹੀਂ ਤਾਂ ਜਿਹੜੇ ਵਪਾਰੀ ਹੁੰਦੇ ਆ ਉਹ ਤਾਂ ਲੱਭਦੇ ਹੁੰਦੇ ਇੱਦਾਂ ਦੀ ਚੀਜ਼ ਵੀ ਸਾਨੂੰ ਕਿਤੋਂ ਬਸ ਲੱਭ ਜੇ। ਅਤੇ ਫਿਰ ਤੁਸੀਂ ਕਰਨਾ ਕੀ ਹੈ, ਤੁਸੀਂ ਕਮ ਅਜ਼ ਕਮ ਕੋਈ 3.5 ਤੋਂ 4 ਮਹੀਨਿਆਂ ਬਾਅਦ ਨਾ ਤੁਸੀਂ ਬੱਕਰੀਆਂ ਆਪਣੀਆਂ ਸੇਲ ਕਰ ਦੇਣੀਆਂ, ਗੱਭਣ ਕਰਕੇ, ਖਾਲੀ ਨਹੀਂ ਕਰਨੀਆਂ, ਗੱਭਣ ਕਰਕੇ ਸੇਲ ਕਰਨੀਆਂ, ਤਾਂ ਕਿ ਜਿਹੜੀ ਤੁਹਾਡੀ ਇਨਵੈਸਟਮੈਂਟ ਆ ਤੁਹਾਨੂੰ ਵਾਪਸ ਵੀ ਆਵੇ। ਹੁਣ ਅਗਰ ਤੁਹਾਡੀ ਬੱਕਰੀ ਤੁਹਾਨੂੰ ਲੈਣ ਤੋਂ ਵੀ ਜਿੰਨੇ ਪੈਸੇ ਤੁਸੀਂ ਬੱਕਰੀ ਲਈ ਆ ਨਾ, ਉੱਥੋਂ ਲੈ ਕੇ ਅਤੇ ਗੱਭਣ ਹੋਣ ਤੱਕ, ਫਿਰ ਅੱਗੇ ਜਾ ਕੇ 4 ਮਹੀਨੇ ਤੱਕ, ਮਿਸਾਲ ਦੇ ਤੌਰ 'ਤੇ ਤੁਹਾਡਾ ਲੱਖ ਰੁਪਏ ਵੀ ਖਰਚਾ ਆਉਂਦਾ ਨਾ, ਵੀ ਤੁਸੀਂ ਜਿਹੜੀ ਆਪਣੀ ਪਰਚੇਜ਼ ਕੀਤੀ ਹੈ, ਜਿਹੜੇ ਉੱਤੇ ਖਰਚਾ ਕੀਤਾ ਵਾ ਸਾਰਾ ਪਾ ਕੇ, ਹਾਲਾਂਕਿ ਇੰਨਾ ਖਰਚਾ ਹੋਣਾ ਨਹੀਂ, ਤੁਹਾਨੂੰ ਮੈਂ ਵੈਸੇ ਮਿਸਾਲ ਦੇ ਤੌਰ 'ਤੇ ਸਮਝਾ ਰਿਹਾ ਵਾਂ। ਅਤੇ ਉਹਦੇ ਵਿੱਚੋਂ 40,000 ਰੁਪਏ ਤੁਹਾਡਾ ਪ੍ਰੋਫਿਟ ਹੋਣਾ ਇਨਸ਼ਾਅੱਲਾ ਫੀ ਬੱਕਰੀ, ਅਤੇ 60,000 ਰੁਪਏ ਤੁਹਾਡੀ ਉੱਤੇ ਖਰੀਦ ਫਰੋਖਤ ਸਾਰਾ ਕੁਛ ਪਾ ਪੂ ਕੇ ਆ। ਅਤੇ ਕਮ ਅਜ਼ ਕਮ ਤੁਹਾਨੂੰ 100 ਚੋਂ 40% ਜਿਹੜਾ ਤੁਹਾਨੂੰ ਉਹਦੇ 'ਚ ਬਚ ਜਾਣਾ, ਜਿਹੜਾ ਪ੍ਰੋਫਿਟ ਆ, ਅਗਰ ਤੁਸੀਂ ਕੰਮ ਕਰਨਾ। ਅਤੇ ਮਿਹਰਬਾਨੀ ਕਰੇ, ਕਈ ਭਰਾ ਜਿਹੜੇ ਆ ਬੜੇ ਜੋਸ਼ 'ਚ ਆ ਜਾਂਦੇ ਸੀ, ਅਸੀਂ ਬੱਕਰੇ ਲੈ ਲਾਂਗੇ, ਇਹ ਕਰ ਲਾਂਗੇ, ਉਹ ਕਰ ਲਾਂਗੇ। ਦੇਖੋ ਬੱਕਰੇ ਜਿਹੜੀ ਆ ਨਾ, ਉਹ ਸਾਨੂੰ ਇੱਕ ਪੂਰੀ ਸਮਝ ਹੋਣੀ ਚਾਹੀਦੀ ਆ, ਫਿਰ ਅਸੀਂ ਜਿਹੜਾ ਬੱਕਰਿਆਂ 'ਤੇ ਅਸੀਂ ਕਾਮਯਾਬ ਆ, ਸਾਨੂੰ ਪੂਰਾ ਐਕਸਪਰਟ ਹੋਣਾ ਪੈਂਦਾ। ਹੁਣ ਅਸੀਂ ਵੀ ਕੁਰਬਾਨੀ ਦੇ ਬੱਕਰਿਆਂ ਦਾ ਕਾਰੋਬਾਰ ਕੀਤਾ ਵਾ, ਅਸੀਂ ਵੀ ਕੁਰਬਾਨੀ ਦੇ ਬੱਕਰੇ ਵੇਚੇ ਆ, ਠੀਕ ਹੈ ਨਾ। ਅਤੇ ਮਾਸ਼ਾ ਅੱਛੇ ਵੇਚੇ ਆ, ਅਸੀਂ 90,000 ਤੱਕ ਵੀ ਬੱਕਰਾ ਵੇਚਿਆ, ਤਕਰੀਬਨ 90,000 ਦਾ ਵੇਚਿਆ ਵਾ, 80 ਦਾ, 70 ਦਾ, ਇੱਥੇ ਤੱਕ ਅਸੀਂ ਬੱਕਰੇ ਵੇਚੇ ਆ, ਇਸ ਤੋਂ ਥੱਲੇ ਅਸੀਂ ਬੱਕਰਾ ਨਹੀਂ ਵੇਚਿਆ। ਅਤੇ ਜਿਹੜਾ ਅਸੀਂ 2020 ਦੇ ਵਿੱਚ ਅਸੀਂ ਬੱਕਰਾ ਵੇਚਿਆ ਸੀ, ਉਦੋਂ ਅਸੀਂ ਵੇਚਿਆ ਸੀ 55,000 ਰੁਪਏ ਦਾ, ਉਦੋਂ ਵੇਚ ਕੇ ਅਸੀਂ ਛੱਤ ਵਗੈਰਾ ਅਸੀਂ ਪੱਕੀ ਕਰਵਾਈ ਸੀ, ਠੀਕ ਹੋ ਗਿਆ। ਆ ਪਰਦੇ ਵਗੈਰਾ ਕਰਵਾਏ ਸੀ, ਕਿਉਂਕਿ ਅਸੀਂ ਬੱਕਰੀਆਂ ਛੱਤ 'ਤੇ ਲੈ ਕੇ ਆਉਣੀ ਸੀ, ਪਹਿਲਾਂ ਅਸੀਂ ਥੱਲੇ ਰੱਖੀਆਂ ਹੋਈਆਂ ਸੀ ਘਰ ਦੇ ਵਿੱਚ।
ਤੇ ਜਿੰਨੇ ਵੀ ਮੇਰੇ ਵੀਰ ਵੀਡੀਓ ਸੁਣ ਰਹੇ ਆ ਉਹਨਾਂ ਅੱਗੇ ਗੁਜ਼ਾਰਿਸ਼ ਇਹੀ ਆ ਕਿ ਅਗਰ ਤੁਸੀਂ ਕੰਮ ਕਰਨਾ ਹੀ ਚਾਹੁੰਦੇ ਆ ਨਾ ਤੇ ਮਿਹਰਬਾਨੀ ਬੱਕਰੀਆਂ ਤੋਂ ਸਟਾਰਟ ਨਾ ਲਵੋ। ਤੁਹਾਨੂੰ ਪੂਰਾ ਤਜਰਬਾ ਹੋਣਾ ਚਾਹੀਦਾ ਵਾ। ਤੁਸੀਂ ਪੱਠਾਂ ਰੱਖੋ, ਖਰੀਦੋ ਫਰੋਖਤ ਕਰੋ। ਹਾਂ, ਅਗਰ ਤੁਸੀਂ ਮਿਸਾਲ ਉੱਥੇ ਤੁਸੀਂ 10 ਬੱਕਰੀਆਂ ਲਈਆਂ ਨਾ, ਪੱਠਾਂ 10 ਲਈਆਂ ਵਾ, ਤੁਸੀਂ ਉਹਨੂੰ ਕਰਾਸ ਕਰਾ ਤਾ 10 ਤੁਸੀਂ ਮਿਸਾਲ ਤੁਸੀਂ 7 ਵੀ ਸੇਲ ਕਰ ਦਿਓ, 8 ਕਰ ਦਿਓ, 2 ਰੱਖ ਲਓ। 7 ਜਾਂ 8 7 ਸੇਲ ਕਰ ਦਿਓ, 3 ਰੱਖ ਲਓ। ਤੁਹਾਨੂੰ 3 ਦਾ ਦੱਸ ਦਿੰਦਾ। 7 ਤੁਸੀਂ ਸੇਲ ਕਰ ਦਿਓ, 3 ਰੱਖ ਲਓ। ਉਹ ਤੁਸੀਂ ਆਪਣੇ ਫਾਰਮ ਵਾਸਤੇ ਰੱਖੋ, ਵਧਾਉਣ ਵਾਸਤੇ, ਤਾਂ ਕਿ ਆਉਣ ਵਾਲੇ ਸਮੇਂ 'ਚ ਤੁਹਾਨੂੰ ਬਾਹਰੋਂ ਪੱਠਾਂ ਖਰੀਦਣੀਆਂ ਨਾ ਪੈਣ। ਅਗਰ ਤੁਸੀਂ ਇਹੀ ਕੰਮ ਕਰਨਾ ਇੱਦਾਂ ਹੀ, ਫਿਰ ਪੱਠਾਂ ਵੀ ਤੁਹਾਡੇ ਘਰ ਦੀਆਂ ਹੋਣਗੀਆਂ ਅਤੇ ਜਿਹੜੇ ਬੱਕਰੇ ਵੀ ਤੁਹਾਡੇ ਘਰ ਦੇ ਹੋਣਗੇ। ਫਿਰ ਭਾਵੇਂ ਤੁਸੀਂ ਬੱਕਰੇ ਵੇਚੀ ਜਾਓ, ਫਿਰ ਭਾਵੇਂ ਤੁਸੀਂ ਪੱਠਾਂ ਗੱਭਣ ਕਰ ਵੇਚੀ ਜਾਓ। ਠੀਕ ਹੈ ਨਾ। ਤਾਂ ਕਿ ਜਿਹੜੀਆਂ 3 ਪੱਠਾਂ ਵਾ ਉਹ ਤੁਹਾਡੀਆਂ ਸੂਣਗੀਆਂ, ਤੁਹਾਡੇ ਕੋਲ ਬੱਚੇ ਆਉਣਗੇ, ਤੁਸੀਂ ਉਹਨਾਂ ਦੀ ਦੇਖਭਾਲ ਕਰੋਗੇ। ਉਹਨਾਂ ਵਿੱਚੋਂ ਤੁਸੀਂ ਆਪਣੇ ਕੁਰਬਾਨੀ ਦੇ ਬੱਕਰੇ ਰੱਖ ਕੇ ਘਰ ਕੁਰਬਾਨੀ ਕਰਨ ਵਾਸਤੇ, ਖੁਦ ਦੀ ਕੁਰਬਾਨੀ ਕਰਨ ਵਾਸਤੇ ਉਹ ਬੱਕਰੇ ਰੱਖ ਕੇ, ਬਾਕੀ ਤੁਸੀਂ ਬੱਕਰੇ ਜਦੋਂ ਤਿਆਰ ਕਰਕੇ ਸੇਲ ਕਰਨਾ ਸ਼ੁਰੂ ਕਰੋਗੇ ਨਾ, ਫਿਰ ਤੁਹਾਨੂੰ ਆਟੋਮੈਟਿਕਲੀ ਤਜਰਬਾ ਹੋ ਜਾਏਗਾ। ਫਿਰ ਤੁਸੀਂ ਭਾਵੇਂ 10 ਬੱਕਰੇ ਪਾ ਲਓ, ਭਾਵੇਂ 20 ਪਾ ਲਓ, ਅਤੇ ਭਾਵੇਂ 50 ਪਾ ਲਓ। ਅਤੇ ਇੱਕ ਗੱਲ ਇਹਤਿਆਤ ਕਰਨੀ ਆ, ਇਕੱਠਾ ਜਾਨਵਰ ਨਹੀਂ ਖਰੀਦਣਾ ਵੀ ਜਾ ਕੇ ਇਕੱਠੀਆਂ 10-20 ਇਕੱਠੀਆਂ ਕਰ ਲੈਂਦੀਆਂ, ਨਹੀਂ। ਇੱਕ ਖਰੀਦ ਲਓ, ਚੰਗੀ ਖਰੀਦ ਲਓ, ਜਾ ਕੇ ਵੇਖ ਲਿਆਓ ਨਾ ਹੌਲੀ ਹੌਲੀ ਵੀ ਪੱਠ ਚੰਗੀ ਆ। ਅੱਜ ਇੱਕ ਮਿਲ ਗਈ, ਠੀਕ ਆ। ਫਿਰ 2 ਦਿਨ ਬਾਅਦ ਜਾ ਕੇ 2 ਦਿਨ ਬਾਅਦ ਜਾ ਕੇ ਚੈੱਕ ਕਰ ਲਈ ਆਪਣੇ ਏਰੀਏ 'ਚ ਫਿਰ ਕੇ। ਅਗਰ ਤੁਹਾਨੂੰ ਮੰਡੀ ਦਾ ਨਹੀਂ ਪਤਾ, ਤੁਸੀਂ ਆਪਣੇ ਏਰੀਏ 'ਚ ਫਿਰੋ, ਲੋਕਾਂ ਕੋਲ ਜਾਓਗੇ, ਕੋਈ ਸੇਲ ਕਰ ਦਿਓ, ਉਹਦੇ ਕੋਲ ਲਓ। ਜੇ ਨਹੀਂ ਤਾਂ ਫਿਰ ਮੰਡੀ ਤੁਹਾਨੂੰ ਪਤਾ ਹਰ ਸ਼ਹਿਰ 'ਚ ਹੀ ਲੱਗਦੀ ਆ। ਤਾਂ ਤੁਸੀਂ ਆਪਣਾ ਜਾਓ, ਬੰਦੇ ਕਿਸੇ ਨੂੰ ਨਾਲ ਲੈ ਕੇ, ਐਕਸਪਰਟ ਨੂੰ, ਉਹਨੂੰ ਕੋਈ 1000-1500 ਦੇ ਦਿਓ, ਅਤੇ ਉਹ ਤੁਹਾਨੂੰ ਇੱਕ ਸੌਦਾ ਸਹੀ ਕਰਾਏਗਾ, ਅਤੇ ਉਹਨੂੰ ਤੁਸੀਂ ਆਪਣੇ ਨਾਲ ਲੈ ਕੇ ਜਾਓ। ਹੁਣ ਬਹੁਤੇ ਭਰਾ ਹੀ ਕਰਦੇ ਆ ਕਿ ਸ਼ੁਰੂ ਤੋਂ ਜਦੋਂ ਬੱਕਰੇ ਪਾ ਲੈਂਦੇ ਫਿਰ ਉਹ ਘਾਟਾ ਹੀ ਖਾਂਦੇ ਆ। ਫਿਰ ਆ ਕੇ ਵੀਡੀਓ ਥੱਲੇ ਕਮੈਂਟ ਕਰਦੇ ਹੁੰਦੇ ਕਿ ਬੱਕਰੀ ਵਿੱਚ ਕੋਈ ਪ੍ਰੋਫਿਟ ਨਹੀਂ ਹੈਗਾ। ਲੇਕਿਨ ਜਿਹੜਾ ਬੱਕਰੀ ਦਾ ਕੰਮ ਕਰ ਰਿਹਾ ਵਾ, ਜਿਹਨੂੰ ਪ੍ਰੋਫਿਟ ਹੈਗਾ ਵਾ, ਉਹਨੂੰ ਪਤਾ ਵਾ ਇਹਦੇ ਵਿੱਚ ਕਿੰਨਾ ਕੁ ਪ੍ਰੋਫਿਟ ਆ, ਕੀ ਇਹ 'ਚੋਂ ਨਿਕਲਦਾ ਅਤੇ ਕੀ ਇਹ 'ਚ ਪੈਂਦਾ। ਸਾਡੇ ਕੋਲੋਂ 2 ਮਾਦਾ ਬੱਕਰੀਆਂ ਨੇ, ਵੱਡੀਆਂ 3 ਪੱਠਾਂ, 2 ਬੱਕਰੇ। ਤਕਰੀਬਨ ਸਾਨੂੰ ਹਾਲੇ 1 ਸਾਲ ਨਹੀਂ ਹੋਇਆ। ਫਰਵਰੀ ਦੇ ਮਹੀਨੇ ਵਿੱਚ ਜਾ ਕੇ ਸਾਨੂੰ 1 ਸਾਲ ਹੋਣਾ ਵਾ ਪੂਰਾ। ਫਰਵਰੀ ਦੇ ਮਹੀਨੇ ਵਿੱਚ ਜਾ ਕੇ ਸਾਨੂੰ 1 ਸਾਲ ਹੋਣਾ ਪੂਰਾ ਤਕਰੀਬਨ। ਅਤੇ ਤਕਰੀਬਨ ਸਾਡਾ ਇਹਨਾਂ ਨੇ ਹੁਣ ਤੱਕ ਖਰਚਾ ਕਰਾਇਆ ਵਾ ਕਮ ਸੇ ਕਮ ਕੋਈ 40 ਤੋਂ 50 ਹਜ਼ਾਰ ਰੁਪਏ ਦਾ, ਬੱਕਰੀਆਂ ਦੀ ਖਰੀਦ ਕੱਢ ਕੇ। ਇੱਕ ਸਾਡੀ ਬੱਕਰੀ ਆ, ਠੀਕ ਆ, ਉਹ ਕਿਸੇ ਨੂੰ ਦਿਹਾੜੇ 'ਤੇ ਦਿੱਤੀ ਸੀ, ਉਹਦੇ ਕੋਲ ਵਾਪਸ ਲਈ ਸੀਗੀ। ਵਾਪਸ ਲਈ ਨਹੀਂ ਸੀ ਵੀ, ਮਤਲਬ ਮੈਨੂੰ ਖੁਦ ਵਾਪਸ ਦੇ ਦਿੱਤੀ ਸੀਗੀ। ਉਹਦੀ ਵਜ੍ਹਾ ਤੁਹਾਨੂੰ ਕਿਸੇ ਵੀਡੀਓ 'ਚ ਦੱਸਾਂਗੇ। ਅਤੇ ਇੱਕ ਬੱਕਰੀ ਅਸੀਂ ਲਈ ਸੀ 75,000 ਰੁਪਏ ਦੀ। ਕੋਈ 40 ਤੋਂ 50 ਹਜ਼ਾਰ ਰੁਪਏ ਤੁਸੀਂ ਉੱਤੇ ਪਾ ਲਓ, ਤਕਰੀਬਨ ਕੋਈ 1,20,25,000 ਰੁਪਏ ਬਣਦਾ ਤਕਰੀਬਨ। ਖਰੀਦ ਪਾ ਕੇ, ਖਰਚਾ ਪਾ ਕੇ, ਸਾਰਾ ਕੁਛ ਕਰਕੇ ਹੁਣ ਤੱਕ ਸਾਡਾ ਤਕਰੀਬਨ ਕੋਈ 1,20,000 ਰੁਪਇਆ ਤਕਰੀਬਨ ਖਰਚਾ ਆ ਗਿਆ। ਤੁਸੀਂ 1,30,000 ਲਾ ਲਓ, ਜਿਹਦੇ ਵਿੱਚੋਂ ਅਸੀਂ ਕੋਈ 40 ਤੋਂ 50 ਹਜ਼ਾਰ ਰੁਪਏ ਦਾ ਤਕਰੀਬਨ ਅਸੀਂ ਦੁੱਧ ਪੀ ਲਿਆ ਬੱਕਰੀਆਂ ਦਾ। ਸਾਨੂੰ ਬਾਹਰੋਂ ਖਰੀਦਣਾ ਨਹੀਂ ਪਿਆ। ਸਾਡੀਆਂ ਬੱਕਰੀਆਂ ਮਾਸ਼ਾਅੱਲਾ ਡੇਲੀ ਦਾ 1.5 ਤੋਂ 2 ਕਿਲੋ ਹੋ ਜਾਂਦਾ ਸੀ ਦੋਵਾਂ ਦਾ। ਡੇਲੀ ਦਾ 1.5-2 ਕਿਲੋ ਦੁੱਧ ਹੋ ਜਾਂਦਾ ਸੀ। ਤੁਸੀਂ ਲਾ ਲਓ ਹਿਸਾਬ, ਮਹੀਨੇ ਦਾ ਕਿੰਨੇ ਦਾ ਬਣਦਾ ਅਤੇ ਸਾਲ ਦਾ ਮੁੜ ਕਿੰਨੇ ਦਾ ਬਣਦਾ। ਹੁਣ ਬੱਕਰੀਆਂ ਸਾਡੀਆਂ ਮਾਸ਼ਾਅੱਲਾ ਫੇਰ ਕਰਾਸ ਆ ਫਰਵਰੀ ਮਾਰਚ ਜਾ ਕੇ ਇਹਨਾਂ ਨੇ ਮਾਸ਼ਾਅੱਲਾ ਫੇਰ ਸੂ ਪੈਣਾ ਵਾ। ਹੁਣ ਅਸੀਂ ਸਿਰਫ ਕਿਲੋ ਦੁੱਧ ਲੈ ਰਹੇ ਹਾਂ। ਦੇਖੋ ਵੀਰੋ, ਇਹ 'ਚ ਪ੍ਰੋਫਿਟ ਬਹੁਤ ਆ। ਤੁਸੀਂ ਕੰਮ ਕਰੋ, ਲੇਕਿਨ ਤੁਸੀਂ ਸਮਝ ਰੱਖ ਕੇ ਕੰਮ ਕਰੋ, ਤੁਸੀਂ ਕੰਮ ਕਰਨਾ ਕੀ ਆ। ਬੱਕਰੀਆਂ ਵਿੱਚ ਸਾਨੂੰ ਦਾਈ ਨਹੀਂ ਬਣਨਾ ਪੈਂਦਾ, ਬੱਕਰੀ ਵਿੱਚ ਸਾਨੂੰ ਦਾਈ ਬਣਨਾ ਪੈਂਦਾ। ਠੀਕ ਹੈ। ਅਗਰ ਤੁਸੀਂ ਗੱਭਣ ਬੱਕਰੀਆਂ ਲਓਗੇ ਨਾ, ਉਹ ਬੱਕਰਿਆਂ ਤੋਂ ਵੀ ਸੌਖਾ ਵਾ ਅਤੇ ਸੂਣ ਵਾਲੀ ਬੱਕਰੀ ਤੋਂ ਵੀ ਸੌਖਾ ਕੰਮ ਆ। ਉਹ ਸੋਰੀ ਗੱਭਣ ਕਹਿ ਤਾ, ਪੱਠਾਂ ਲਓਗੇ ਨਾ, ਉਹ ਸਭ ਤੋਂ ਸੌਖਾ ਕੰਮ ਆ। ਤੁਸੀਂ ਉਹਨੂੰ ਲਵੋ, ਗੱਭਣ ਕਰਕੇ ਵੇਚ ਦਿਓ। ਇਹ ਨਹੀਂ ਵੀ ਤੁਸੀਂ ਉਹਨੂੰ ਲਵੋ, ਗੱਭਣ ਹੋ ਗਈਆਂ, ਠੀਕ ਹੈ, ਫਿਰ ਤੁਸੀਂ ਉਹਨੂੰ ਅੱਗੇ 5 ਮਹੀਨੇ ਉਹ ਲੱਗਣੇ ਉਹਨੂੰ ਸੂਣ ਤੱਕ, ਫਿਰ ਤੁਸੀਂ ਅੱਗੇ ਬੱਚੇ ਤਿਆਰ ਕਰਨੇ ਆ, ਫਿਰ ਤੁਸੀਂ ਵੇਚਣੇ ਜਾ ਕੇ। ਉਹ ਕੰਮ ਬਹੁਤ ਲੰਬਾ ਚੱਲ ਜਾਂਦਾ ਵਾ। ਤੁਸੀਂ ਵੈਸੇ ਹੀ ਅੱਕ ਜਾਂਦੇ ਆ ਉਹਨੂੰ ਪੱਠੇ ਪਾ ਪੂਗੇ। ਇਸ ਕਰਕੇ ਤੁਸੀਂ ਗੱਭਣ ਬੱਕਰੀ ਲਵੋ, ਗੱਭਣ ਕਹਿ ਤਾ, ਪੱਠਾਂ ਲਵੋ ਜਿਹੜੀਆਂ ਤਕਰੀਬਨ ਕੋਈ ਸਾਲ ਦੀਆਂ ਹੋਣ, ਦੋਂਦੀਆਂ ਹੋਣ ਵਾਲੀਆਂ ਹੋਣ ਜਾਂ ਦੋਂਦੀਆਂ ਹੋ ਗਈਆਂ ਹੋਣ। ਉਹ ਤੁਸੀਂ ਪੱਠਾਂ ਲਵੋ, ਉਹਨੂੰ ਗੱਭਣ ਕਰਕੇ 3-4 ਮਹੀਨੇ ਬਾਅਦ ਉਹਨੂੰ ਸੇਲ ਕਰਨਾ ਸ਼ੁਰੂ ਕਰ ਦਿਓ, ਅਤੇ ਇਨਸ਼ਾਅੱਲਾ ਜੇ ਖਾਤਰ ਖਵਾ ਨਫਾ। ਠੀਕ ਹੈ ਨਾ। ਤਾਂ ਬਾਕੀ ਉਮੀਦ ਹੈ ਦੋਸਤਾਂ ਨੂੰ ਵੀਡੀਓ ਪਸੰਦ ਆਈ ਹੋਏਗੀ। ਅਗਰ ਵੀਡੀਓ ਪਸੰਦ ਆਈ, ਆਪਣੇ ਦੋਸਤਾਂ ਭਰਾਵਾਂ ਨਾਲ ਸ਼ੇਅਰ ਕਰੋ ਜ਼ਿਆਦਾ ਤੋਂ ਜ਼ਿਆਦਾ। ਅਤੇ ਮਿਲਦੇ ਇਨਸ਼ਾਅੱਲਾ ਅਗਲੀ ਵੀਡੀਓ 'ਚ। ਦੁਆਵਾਂ 'ਚ ਯਾਦ ਰੱਖਿਓ। ਅੱਲਾ ਹਾਫਿਜ਼।